समझ गया हाँ जी तेरे दुख दे नाल मैं दुख मेरा शरीक आ। हाँ जी मैनू फेर भी आ ओके चाहिदा वो चौरी जी मैं उत्ते मैं दस दिता है मैनू ये सही चाहिदा है बस। ये मालिक ने मैनू पिछले ने इदा ही कहा सही चाहिदा है ना मालिक रहा ना बूटा रहा मैं दस छला मेरा जी डोला कोई बाजरे गड्ड माया पता नहीं की किस्सा सुबह लड़े रो साडा कि नहीं मेरा जी क्या डोला भेड़ दे सारे काम। कोई कार समंदरा दी। हाँ जी अस्सलाम वालेकुम जी सर जी। वाह सलाम की किदा निबेड़िया काम कि नहीं है जी? बस सर जी थोड़ा जिहा रह गया जी कटिंग करन रहे जी कि किदा ਚੱਲੂਗਾ ਪੌਦਾ ਕਿ ਨਹੀਂ ਜਿਹੜਾ ਲਾਇਆ ਹੋਇਆ ਤੂੰ ਇਹਦਾ? ਸਰ ਜੀ ਚੱਲੂਗਾ ਜੀ ਪੌਦਾ ਚੱਲਣਾ ਕਦੀ ਪੌਦਾ ਵੀ ਚੱਲਦਾ ਵੇਖਿਆ ਤੁਸੀਂ ਨਹੀਂ ਉਹਦਾ ਕੀ ਮਤਲਬ ਕਿੰਨੀ ਦੇਰ ਤੱਕ ਰੜ ਜਾਏਗਾ ਜ਼ਰਾ ਪਾਣੀ ਸ਼ਾਨੀ ਚੰਗੇ ਉਹ ਸਰ ਜੀ ਰੇੜਨ ਨੂੰ ਇਹ ਨਿਆਣਾ ਆ ਜਿਹੜਾ ਰਹਿਣਾ 3 ਮਹੀਨਿਆਂ ਦਾ ਇਹਨੇ ਪੌਦਾ ਜੀ ਬੱਚਿਆਂ ਕੋ ਪਾਲਣਾ ਪੈਂਦਾ ਚੌਰ ਸਾਹਿਬ। ਅੱਛਾ ਤੁਹਾਡੇ ਸਾਹਮਣੇ ਲੱਗੇ ਆ ਪਾਣੀ ਪੂਣੀ ਗੋਡੀ ਗੋਡੀ ਕਰਨ ਡਏ ਆ ਵੇਖੋ। ਹਾਂ ਆ ਘਾਹ ਤੋਂ ਵਿੱਚ ਪੀਲਾ ਪੀਲਾ ਵਾ ਮਤਲਬ ਨਾ ਤਾਂ ਕੋਈ ਜਗ੍ਹਾ ਵੇ ਇਹਦਾ ਵੀ ਕੋਈ ਸੋਚਣਾ ਮਤਲਬ ਤੈਨੂੰ ਪੈਸੇ ਅਸੀਂ ਉਂਝ ਤਾਂ ਨਹੀਂ ਦੇਣੇ ਸਾਰੀ ਗੱਲ ਆ ਕੰਮ ਦੇ ਹੀ ਦੇਣੇ ਆ। ਉਹ ਚੌਰੀ ਲਾਉਂਦੇ ਪਾਣੀ ਜੀ ਘਾਹ ਪੂਰਾ ਹੋਵੇ ਜ਼ਰਾ ਹਰ ਪਾਸੇ ਘਾਹ ਲੱਗਾ ਰਵੇ। ਚੌਰ ਸਾਹਿਬ ਪਾਣੀ ਲਾ ਦੇਣਾ ਜੀ ਸਵੇਰ ਤੋਂ। ਨਹੀਂ ਪਾਣੀ ਨਾ ਨਹੀਂ ਇਹਦੇ ਵਿੱਚ ਥੋੜਾ ਨਾ ਕੰਮ ਵੀ ਕਰੋ ਕੋਈ ਖਾਦ ਖੂਦ ਸਿੱਟੋ ਤੇ ਜ਼ਰਾ ਕੰਮ ਇਹਦਾ ਜ਼ਰਾ ਠੋਰੋ ਚੰਗੇ ਤਰੀਕੇ। ਚੌਰ ਸਾਹਿਬ ਤਨਖਾਹਾਂ ਤੁਸੀਂ ਦੇ ਨਹੀਂ ਡਾ ਖਾਦ ਖੂਦ ਸਿੱਟੋ ਲਿਆ ਕੇ ਪੱਲਿਓਂ ਸਿੱਟ ਜਾ ਹੁਣ ਇੱਥੇ ਮਹੀਨੇ ਦਾ 10,000 ਤੁਸੀਂ ਦੇਣੇ ਕੰਮ ਤੁਸੀਂ 50,000 ਦਾ ਲੈਨੇ। ਤੂੰ ਪਹਿਲਾਂ ਕਿੱਥੇ ਕਰਦਾ ਰਿਹਾ ਕੰਮ? ਪਹਿਲੇ ਮੈਂ ਇੱਧਰ ਚਕਵਾਲ ਵਾਲੇ ਪਾਸੇ ਸੀ ਜੀ। ਅੱਛਾ ਉਥੋਂ ਛੱਡ ਛੜਿਆ। ਅੱਛਾ ਉਹਦੇ ਮਾਲਕ ਨਹੀਂ ਚੰਗੇ ਸੀ ਜੀ ਪੈਸੇ ਨਹੀਂ ਦਿੰਦੇ ਟਾਈਮ ਨਾਲ। ਤੇ ਇੱਥੇ ਤੁਸੀਂ ਚੰਗੇ ਆ ਜੀ ਮਾਸ਼ਾਅੱਲਾ ਜੀ ਰੋਟੀ ਵੀ ਟਾਈਮ ਨਾਲ ਪਾਣੀ ਵੀ ਟਾਈਮ ਨਾਲ ਚਾਹ ਰੋਟੀ ਸਾਰਾ ਕੁਝ ਮਿਲਦਾ ਤੈਨੂੰ ਹਰ ਸ਼ੈ ਲੱਭੇਗੀ ਲੇਕਿਨ ਕੰਮ ਸ਼ਾਮ ਜ਼ਰਾ ਨਾ ਟੋਰੀ ਤਰੀਕੇ ਦੇ ਨਾਲ ਕਰਨਾ। ਮੈਨੂੰ ਮੈਂ ਹੁਣ ਸੁੱਤਾ ਉੱਠ ਕੇ ਆਇਆ ਮੈਂ ਜਦੋਂ ਸਵੇਰ ਉੱਠਾਂ ਇੱਥੇ ਅਮਰੂਦ ਕੇਲੇ ਹਰ ਸ਼ੈ ਇੱਥੇ ਉੱਗੀ ਹੋਵੇ ਤੇ ਮੈਂ ਜਦੋਂ ਨਿਕਲਾਂ ਤੇ ਮੈਂ ਖਾਵਾਂ ਸਵੇਰ ਦਾ ਨਾਸ਼ਤਾ ਮੈਂ ਫੜਾ ਨਾ ਕਰਾਂ। ਚੌਰ ਸਾਹਿਬ ਤੁਸੀਂ ਸੌਂਜ ਮੰਡੀ 'ਚ ਜਾਇਆ ਕਰੋ ਜੀ। ਇਹ ਕਿਹੜਾ ਅਰਜੈਂਟ ਅਮਰੂਦ ਲਾਦਾ ਮੈਨੂੰ ਇਹ ਤਾਂ ਦੱਸੋ ਪਹਿਲੇ। ਉਹਨੇ ਮੈਂ ਜਦੋਂ ਨਿਕਲਾਂ ਉਹ ਤੁਸੀਂ ਹੁਣ ਕਿੱਥੋਂ ਨਿਕਲਣਾ ਜੀ ਸਾਨੂੰ? ਮੈਂ ਕਮਰੇ 'ਚ ਨਿਕਲਾਂ ਮੈਂ ਆਵਾਂ ਜਦੋਂ ਅੱਖਾਂ ਖੋਲਾਂ ਤੇ ਅਮਰੂਦ ਕੇਲੇ ਛੇਲੇ ਤੇ ਲੱਗੇ ਹੁਣ ਕਮ ਸੇ ਕਮ ਮੈਂ ਤਾਂ ਖਾਵਾਂ ਪੀਵਾਂ। ਤੁਸੀਂ ਮੈਨੂੰ ਸ਼ਾਮ ਨੂੰ ਪੈਸੇ ਦੇ ਦਿਓ ਮੈਂ ਦਰਜਨ ਕੇਲੇ ਨਹੀਂ ਲਿਆ ਕੇ ਟੰਗ ਦੂੰ ਜੀ ਦੇਖਦੇ ਰਹੋ ਸਵੇਰੇ ਖਲੋਤੇ ਇੱਥੇ ਕਿੱਥੋਂ ਟੰਗ ਦਵਾਂ ਕੇਲੇ ਸਵੇਰੇ ਸਵੇਰੇ। ਚੋਰ ਮੈਂ ਸਾਹਿਬ ਤੂੰ ਮਾਲੀ ਫਿਰ ਕਿਸ ਚੀਜ਼ ਦਾ ਵਾਂ? ਤੈਨੂੰ ਕਿਸ ਚੀਜ਼ ਦੇ ਪੈਸੇ ਦੇਣੇ ਸੀ? ਉਹ ਚੋਰੀ ਜੀ ਲੱਗੇ ਤਾਂ ਹੈਗੇ ਤੁਹਾਡੇ ਸਾਹਮਣੇ ਹੁਣ ਲੱਗੇ ਮੈਂ ਕਿੱਥੋਂ ਇੱਥੇ ਏਜੰਟ ਲਿਆ ਕੇ ਬੂਟੇ ਲਾ ਦੇਵਾਂ ਜਿਹਨੂੰ ਫਲ ਲੱਗ ਜੇ। ਮੈਨੂੰ ਮੈਂ ਐਡੀ ਕੋਈ ਸਫਾਈਆਂ ਸੁਣਨ ਵਾਲਾ ਨਹੀਂ ਆ। ਮੈਨੂੰ ਟਾਈਮ ਦੇ ਨਾਲ ਹਰ ਸ਼ੈ ਚਾਹੀਦੀ ਹੈ। ਮੈਂ ਉੱਠਾਂ ਤੇ ਕੱਲ ਤੱਕ ਇੱਥੇ ਸਾਰੇ ਲੱਗੇ ਹੋਣ ਫਲ ਫੁੱਲ। ਉਹ ਚੋਰੀ ਫਲ ਕੱਲ ਤੱਕ ਨਹੀਂ ਲੱਗਣੇ ਲੁਗਣੇ ਐਵੇਂ ਇੱਥੇ ਉਹ ਕਿਦੋਂ ਲੱਗਣੇ ਫਿਰ? ਇਹ ਜੀ ਟਾਈਮ ਲੱਗਦਾ ਜੀ ਇਹਨਾਂ ਨੂੰ ਸਾਲ ਲੱਗ ਜਾਣਾ ਹਲੇ। ਆ ਦੇਖੋ ਨਾ ਹਲੇ ਫਲ ਸੁੱਕਣ ਡਿਆ ਹਲੇ ਮਾਸ਼ਾਅੱਲਾ ਬੂਟਾ ਸੁੱਕਦਾ ਇਹ ਜਦੋਂ ਚੜਨੀ ਅਗਲੇ ਮਾਰਚ ਨਹੀਂ ਫੇਰ ਲੱਗਣੇ ਆ ਜੀ ਏਡੀ ਛੇਤੀ ਨਹੀਂ ਲੱਗਣੇ ਏਜੰਟ। ਫਿਰ ਮੈਂ ਬੰਦਾ ਬਦਲ ਲੈਣਾ ਵਾ। ਮੈਨੂੰ ਤਾਂ ਉਹੀ ਚਾਹੀਦਾ ਜਿਹੜਾ ਟਾਈਮ ਸਿਰ ਕਰਕੇ ਦੇਵੇ ਇੱਥੇ ਆਣ ਫਲ ਫੁੱਲ ਲੱਗਾ ਹੋਵੇ ਮੈਂ ਜਦੋਂ ਸਵੇਰ ਉੱਠਾਂ ਤਾਜ਼ਾ ਫਰੈਸ਼ ਸ਼ਾਹ ਤੋੜ ਕੇ ਮੈਂ ਖਾਵਾਂ ਅਮਰੂਦ ਚਰੂਦ ਇਦਾਂ ਦੀਆਂ ਚਾਵਾਂ। ਉਹ ਚੌਰੀ ਤਾਜ਼ਾ ਹੁਣ ਮੈਂ ਕਿੱਥੋਂ ਏਜੰਟ ਲਿਆ ਕੇ ਲਾ ਦਾਂ ਏਡਾ ਤਾਜ਼ਾ ਬੂਟਾ ਹਮੂਨ ਜਾਦੂਗਰ ਆ ਮੈਂ। ਕੋਈ ਚੀਜ਼ ਮੈਨੂੰ ਤੇਰੀ ਸਮਝ ਨਹੀਂ ਆ ਰਹੀ ਮਤਲਬ ਬਣਿਆ ਤੇ ਤੂੰ ਮੈਨੂੰ ਸਾਫੇ ਪਾ ਕੇ ਆ ਬਾਹਰ ਕਿਉਂ ਨਹੀਂ ਜਾ ਰਿਹਾ? ਉਹ ਸਰ ਜੀ ਬਾਹਰ ਨੂੰ ਹੁਣ ਕਿੱਥੇ ਸਕੂਲੇ ਭਾਰ ਮੈਂ ਇਹਨੂੰ ਬਾਹਰ ਨੂੰ ਚੱਲ ਜਾਵੇ ਤੁਹਾਨੂੰ ਲਾਮਾ ਆਇਆ ਬੂਟੇ ਦਾ? ਨਹੀਂ ਮਤਲਬ ਅੰਦਰ ਹੀ ਡਿਗਣ ਡਿਆ ਬਾਹਰ ਨੂੰ ਨਿਕਲੇ ਜਰਾ ਬਾਹਰ ਨੂੰ ਪਤਾ ਖਿਲਰੇ ਜਰਾ ਉਹ ਸਰ ਜੀ ਇਹ ਦਰਖਤ ਜਾਂਦੇ ਨੇ ਬਾਹਰ ਨੂੰ ਜਾਣਾ ਜੀ। ਮੈਨੂੰ ਤੁਸੀਂ ਮਾਲਕ ਚੰਗੇ ਲੱਗਦੇ ਮੈਨੂੰ ਲੱਗਦਾ ਛੱਡ ਤੁਹਾਨੂੰ ਮੈਂ ਫੇਰ ਵੀ ਜਾਣਾ। ਤਨਖਾਹ 3 ਮਹੀਨੇ ਹੋ ਗਏ ਦਿੱਤੀ ਨਹੀਂ। ਉਹ ਵੇਖੋ ਖਿਦਮਤ ਕੀਤੀ ਬੇਰ ਲੱਗ ਗਿਆ ਜੀ ਵੇਖਿਆ ਜੀ। ਦਿਖਾ ਆਓ ਜਰਾ ਮੈਨੂੰ ਬੇਰ ਆਓ ਤੁਹਾਨੂੰ ਦਿਖਾਵਾਂ। ਦਿਖਾ ਮੈਨੂੰ ਆ ਵੇਖੋ ਆ ਸਰ ਜੀ ਆ ਬੇਰ ਲੱਗੇ ਆ ਚੋਰੀ ਸੀ ਆ ਬੇਰ ਆ ਜੀ ਆ ਬੇਰ ਆ ਵੇਖੋ ਬੇਰ ਲੱਗੇ ਇੱਥੇ ਆ ਵੇਖੋ ਵੇਖੋ ਬੇਰ ਲੱਗੇ ਕਿ ਲੱਗੇ ਜੀ। ਗਲ ਘੁੱਟਣ ਡਿਆ ਗਲ ਘੁੱਟਣ ਦਾ ਤੁਹਾਡਾ ਉਹ ਲੱਤਾਂ ਬਾਹਾਂ ਘੁੱਟਣ ਝਾੜੀ ਚੌਰੀ ਜੀ ਇਹ ਗਲ ਘੁੱਟੂਆ ਜੀ ਖਾਣੇ ਨਹੀਂ ਹਾਲੇ ਕੱਚੇ ਆ ਪਾਣੀ ਲੱਗਣ ਡਿਆ ਇਹਨਾਂ ਨੂੰ। ਹਾਂਜੀ ਕੀੜਾ ਕੂੜਾ ਤਾਂ ਨਿਕਲਿਆ ਜੀ? ਆਹੋ ਕੀੜਾ ਨਿਕਲਿਆ ਕੀੜਾ ਨਿਕਲਿਆ। ਤੁਹਾਡੀ ਕਿਸਮਤ ਮਾੜੀ ਕੱਲ ਇੱਕ ਬੰਦੇ ਨੂੰ ਸਕੂਟਰ ਨਿਕਲਿਆ ਜੀ ਵਿੱਚੋਂ। ਆਹੋ ਇਹ ਹੁਣ ਇਹਨਾਂ ਨੂੰ ਕਿੰਨੂ ਬਣਾ ਦੇਵਾਂ ਜੀ। ਖਿਦਮਤ ਕੀਤੀ ਲੱਗ ਗਿਆ ਪਾਣੀ ਦੇਖੋ ਪਾਣੀ ਬੇਰ ਲੱਗੇ ਆ ਅੱਲਾ ਸ਼ੁਕਰ ਆ। ਹੁਣ ਨਿੰਮਾਂ ਦੇ ਉੱਤੇ ਬਰੂਦ ਟੰਗ ਦਵਾਂ ਮਾਲਟੇ ਦਾ ਬੂਟਾ ਲਿਆ ਕੇ ਦਿੱਤਾ ਹਾਲ ਤੱਕ ਮੈਨੂੰ। ਤੇ ਮਾਲਟੇ ਕਿੱਥੋਂ ਲਿਆਉਣੇ ਮੈਨੂੰ ਦੱਸ ਨਾ। ਮਾਲਟੇ ਵੀ ਇੱਥੇ ਹੋਣੇ ਚਾਹੀਦੇ ਆ। ਮਾਲਟੇ ਇੱਥੇ ਰੇੜੀ ਤੇ 100 ਦਰਜਨ ਲੱਗੀ ਮੈਨੂੰ ਲਿਆ ਦੇ ਮੈਂ ਖਾਂਦਾ ਰਵਾਂ ਬਹਿ ਕੇ। ਉਹ ਯਾਰ ਮੈਂ ਕਹਿੰਦਾ ਚੌਰੀ ਮਫਰੂਰੀ ਕੱਟਣ ਡਿਆ ਇੱਥੇ। ਮਫਰੂਰੀ ਤੂੰ ਕੱਟ ਰਹੀ ਆ ਮੈਨੂੰ ਪਤਾ ਵਾ। ਹਾਂ ਮੈਨੂੰ ਨਾ ਸਿੰਧ ਵਾਲੀ ਸਾਈਡ ਤੇ ਕੰਮ ਲੱਭ ਗਿਆ ਮੈਂ ਚੱਲ ਜਾਣਾ ਜੀ ਉਧਰ। ਚੱਲ ਜਾਣਾ ਤੂੰ ਸਿੰਧ ਵਾਲੀ ਸਾਈਡ ਤੇ। ਮੈਨੂੰ ਆ ਜਿਹੜਾ ਪੌਦਾ ਦੇ ਹਾਂਜੀ ਆ ਪੂਰਾ ਪੌਦਾ ਕੱਢ ਤੱਕ ਫਰੈਸ਼ ਚਾਹੀਦਾ ਹਰਿਆਲੀ ਹੋਵੇ ਤੇ। ਉਹ ਹਰਿਆਲੀ ਇਹਨੂੰ ਹੁਣ ਰੰਗ ਕਰਾ ਦੇਵਾਂ ਜੀ ਹਰਿਆਲੀ ਇਹਨੂੰ ਹੁਣ ਰੰਗ ਕਰਾ ਦੇਵਾਂ।
ਮੈਨੂੰ ਨਹੀਂ ਪਤਾ ਕਿੱਦਾਂ ਕਰਨਾ। ਮਹੀਨਾ ਹੋ ਗਿਆ ਮੀਟਰ ਕੱਟਿਆ, ਪਾਣੀ ਆਉਣ ਨਹੀਂ ਡਿਆ। ਤੂੰ ਦੱਸ ਨਾ ਇਹ ਚੌਧਰੀ ਮੈਨੂੰ ਜੀ। ਚਾਹੀਦਾ, ਇਹ ਮੈਨੂੰ ਚਾਹੀਦਾ, ਇਹ ਹਰਿਆਲਾ ਚਾਹੀਦਾ ਮੈਨੂੰ। ਕੱਲ ਤੱਕ ਪੱਤੇ ਲਗੇ ਖਿਲ ਰਿਹਾ ਚਾਹੀਦਾ ਆ ਪੌਦਾ। ਮੈਨੂੰ ਉੱਥੋਂ ਕੋਈ ਪਲਾਸਟਿਕ ਦੇ ਲਿਆ ਦੇ, ਮੈਂ ਲਾ ਦਵਾਂ ਇਹਨਾਂ ਨੂੰ ਪੱਤੇ। ਪਾਣੀ ਆਉਣ ਨਹੀਂ ਡਿਆ, ਸੁੱਕਾ ਨਾ ਬੂਟੇ ਪਾਲਣ ਡਏ ਅਸੀਂ। ਅਜੀਬ ਗੱਲ ਆ, ਮੈਨੂੰ ਲੱਗਦਾ ਤੂੰ ਬਹੁਤੀ ਦੇਰ ਕੰਮ ਨਹੀਂ ਕਰਨਾ। ਬਹੁਤੀ ਦੇਰ ਕੀ ਗੱਲ, ਬਿਮਾਰ ਆ ਮੈਂ? ਬਹੁਤੀ ਦੇਰ ਕੰਮ ਨਹੀਂ ਕਰਨਾ। ਹੁਣ ਜਿੰਨੇ ਜੋਗੇ ਹੈਗੇ ਕੰਨ ਤਾਂ ਰਹੇ ਆ ਜੀ। ਮੈਨੂੰ ਚੰਗੇ ਤਰੀਕੇ ਨਾਲ ਇਹਦੀ ਹਰਿਆਲੀ ਚਾਹੀਦੀ। ਸਵੇਰ ਮੈਂ ਜਦੋਂ ਉੱਠਾਂ, ਹਾਂਜੀ। ਉੱਠ ਕੇ ਆਣ ਕੇ ਤਾਂ ਮੈਂ ਆਪਣੀਆਂ ਅੱਖਾਂ ਖੋਲਾਂ। ਖੋਲ੍ਹਣੀ ਨਾ ਮੈਨੂੰ ਵੀ ਮੈਂ ਮਲ ਕੇ ਖੋਲਣੀਆਂ ਜੀ, ਮੂੰਹ ਮੈਂ ਧੋ ਕੇ ਬਾਹਰ ਆਉਣਾ। ਮੈਂ ਜਦੋਂ ਅੱਖਾਂ ਖੋਲਾਂ, ਹਾਂਜੀ ਜਦੋਂ ਮੈਂ ਅੰਦਰ ਆਵਾਂ ਇੱਧਰ ਗਾਰਡਨ ਤੇ, ਮੈਨੂੰ ਹਰ ਤਰਫ ਹਰਿਆਲੀ ਹਾਂਜੀ। ਤੇ ਫਲ ਨਜ਼ਰ ਆਣਾ ਚਾਹੀਦਾ। ਤੁਸੀਂ ਇੱਧਰ ਨੂੰ ਆਓ ਹੀ ਨਾ ਜੀ, ਮਹੀਨਾ ਕਾਹਲੇ ਉੱਥੇ ਪਰਨ ਚੱਲ ਜਾ ਕਰੋ। ਉਹ ਚੌਰੀ ਜੀ ਹਾਲੇ ਲੱਗੇ ਨੇ ਆ ਜੀ, ਮੌਸਮ ਇਦਾਂ ਦਾ ਜਾਣ ਡਿਆ ਸਰ ਜੀ। ਹੁਣ ਮੈਂ ਦੱਸ ਕੀ ਕਰਾਂ? ਤੁਸੀਂ ਜਾ ਕੇ ਪੇਸਟ ਕਰੋ। ਮੈਨੂੰ ਸੇਬ ਵਾਲਾ ਪੌਦਾ ਚਾਹੀਦਾ, ਸੇਬ ਵਾਲਾ। ਕੱਲ ਇੱਥੇ ਸੇਬ ਲੱਗੇ ਹੋਣ, ਇੱਥੇ ਸੇਬ ਲਾ ਦੇਵਾਂ ਜੀ। ਜਿਹੜੇ ਸੇਬ ਲੱਗਣੇ ਉੱਥੇ ਸੇਬ ਲਾ। ਉਹ ਸੇਬ ਦਾ ਬੂਟਾ ਲਿਆਉਂਗੇ ਤੇ ਲਾਉਂਗਾ ਜੀ। ਸੇਬ ਕਿੱਥੋਂ ਲਾ ਦੇਵਾਂ? ਮਹੀਨਾ ਹੋ ਗਿਆ ਤੁਹਾਨੂੰ ਸੇਬ ਖਾਧਿਆਂ ਨੂੰ। ਨਹੀਂ, ਮੈਂ ਚਾਹਨਾ ਕਿ ਮੈਂ ਰੇੜੀਆਂ ਰੂੜੀਆਂ ਤੋਂ ਨਾ ਖਰੀਦਾਂ। ਕਿੱਥੋਂ ਖਰੀਦਣਾ? ਮੈਂ ਚਾਹਨਾ ਕਿ ਮੈਂ ਆਪਣੇ ਫਲ ਲਾ ਕੇ ਫਰੈਸ਼ ਉਹ ਖਾਵਾਂ। ਉਹ ਨਹੀਂ ਫੇ ਖਾਦੇ ਜਾਣੇ ਜੀ। ਕਿਉਂ ਜੀ? ਸਾਲ ਹਾਲੇ ਭੁੱਖੇ ਰਹਿਣਾ ਤੁਸੀਂ ਚੌਰੀ ਜੀ। ਫਿਰ ਕਿਉਂ? ਉਹ ਚੌਰੀ ਜੀ ਨਾਮ ਮਾਲਟਿਆਂ ਦਾ ਬੂਟਾ ਆ, ਇੱਕ ਬੇਰੀ ਲਿਆ ਕੇ ਦਿੱਤੀ ਆ, ਉੱਤੇ ਵੀ ਸਾਇਆ ਹੋ ਗਿਆ। ਉੱਥੇ ਕਿਦਾਂ ਸਾਇਆ ਹੋ ਗਿਆ? ਆ ਬੇਰ ਤੁਸੀਂ ਖਾਦਾ? ਆਹੋ। ਆ ਸ਼ਾਮ ਨੂੰ 20 ਦੇ ਕੇ ਜਾਨ ਛਡਾਉਣੀ ਪੈਣੀ। ਇਹਦਾ ਕੁਛ ਦੱਸ ਮੈਨੂੰ। ਇਹਦਾ ਅੱਲਾ ਹੀ ਦੱਸੂ ਜੀ। ਇਹਦਾ ਕੀ ਕਰਨਾ ਵਾ? ਆ ਵੀ ਮੈਨੂੰ ਹਰਾ ਚਾਹੀਦਾ, ਹਰਾ। ਹਰਾ ਕੱਲ ਚਾਹੀਦਾ। ਤੱਕ ਹਰਾ ਚਾਹੀਦਾ ਮੈਨੂੰ। ਇਹਦੇ ਉੱਤੇ ਹਰ ਸ਼ੈ ਲਾ ਦੇ, ਇੱਥੇ ਕਿੰਨੂ ਲਾ ਦੇ, ਮਾਲਟੇ ਲਾ ਦੇ, ਜੋ ਦਿਲ ਕਰਦਾ ਇੱਥੇ ਲਾ ਦੇ। ਲੈਟਾਂ ਲਵਾ ਦੇਵਾਂ ਜੀ ਹਰੀਆਂ। ਚੌਰੀ ਜੀ ਇਸ ਤੋਂ ਵੱਧ ਕੇ ਹਰਾ ਹੁਣ ਮੈਂ ਇਹਨੂੰ ਕਿੱਦਾਂ ਹਰਾ ਕਰ ਦੇਵਾਂ? ਹਜੇ ਤਾਂ ਕੋਈ ਸ਼ੈ ਤਾਂ ਨਹੀਂ ਲੱਗੀ? ਨਹੀਂ ਜੀ, ਬਿਲਕੁਲ ਸਾਫ਼ ਆ, ਬਿਲਕੁਲ ਸਾਫ ਜੀ। ਹਰ ਚੀਜ਼ ਸਾਫ਼ ਆ, ਹਾਂਜੀ ਪੌਦਾ ਪੂਰਾ ਤਿਆਰ ਆ। ਤਿਆਰ ਆ ਜੀ। ਫਿਰ ਇਹਦੇ ਉੱਤੇ ਤੂੰ ਏਦਾਂ ਕਰ, ਸੇਬ ਲਾ ਦੇ। ਸੇਬ ਲਾ ਦੇ? ਹਾਂ। ਪਲਾਸਟਿਕ ਦੇ ਨਾਲ ਲਾ ਕੇ ਲਾ ਦਵਾਂ ਜੀ ਇਹਦੇ ਵਿੱਚ? ਮੈਂ ਕਹਿੰਦਾ ਇਹਨੂੰ ਨੈਬੂਲੇਸ਼ਨ ਕਰਾ ਕੇ ਅੰਦਰ ਕਮਰੇ 'ਚ ਰਖਾ ਲਓ, ਜਿੰਨਾ ਸਾਫ਼ ਹੈ ਜੀ। ਮੈਨੂੰ ਨਹੀਂ ਪਤਾ ਕਿਵੇਂ ਕਰਨਾ ਵਾ ਜਾਂ ਕਿਵੇਂ ਨਹੀਂ ਕਰਨਾ, ਮੈਨੂੰ ਨਹੀਂ ਪਤਾ। ਮੈਂ ਨਾ ਚੌਰੀ ਜੀ ਚਾਹੀਦਾ ਇੱਥੇ ਮਫਰੂਰੀ ਕੱਟਣ ਡਿਆ ਜੀ, ਤੁਹਾਨੂੰ ਮੈਂ ਦੱਸ ਦਵਾਂ। ਮਫਰੂਰੀ ਤੂੰ ਕੱਟ ਰਿਹਾ ਜੋ ਮਰਜ਼ੀ, ਮੈਨੂੰ ਆ ਚੀਜ਼ ਓਕੇ ਚਾਹੀਦੀ ਆ। ਓਏ ਓਕੇ, ਹੁਣ ਇਹਨੂੰ ਮੈਂ ਕੀ ਕਰਾ ਦੇਵਾਂ? ਮੈਨੂੰ ਵੀ ਦੱਸ ਦੇ। ਤੂੰ ਮਫਰੂਰੀ ਕੱਟ ਰਿਹਾ? ਮਫਰੂਰੀ ਕੱਟਣ ਡਿਆ ਇੱਥੇ। ਆ ਫੜਾ ਦੇ। ਕੀ ਮਫਰੂਰੀ ਕੱਟ ਰਿਹਾ? ਇਹ ਚੌਰੀ ਜੀ ਜਿਹੜੇ ਮਾਲਕ ਸੀ ਨਾ ਮੇਰੇ ਪਿਛਲੇ, ਅੱਛਾ। ਉਹ ਵੀ ਮੈਨੂੰ ਇਦਾਂ ਹੀ ਕਹਿੰਦੇ ਸੀ, ਕਿੰਨੂ ਲਾ ਦੇ, ਮਾਲਟੇ ਲਾ ਦੇ, ਅੱਛਾ। ਸੇਬ ਲਾ ਦੇ। ਹਾਂ। ਰਾਤ ਨੂੰ ਮੇਰੀ ਨਿਗਾਹ ਘੱਟ ਹੈ ਜੀ। ਅੱਛਾ। ਬੱਦਣਾ ਮੈਂ ਕਿੰਨੂ ਸੀ, ਬਾਅਦ ਚ ਪਤਾ ਲੱਗਾ ਕਿ ਮਾਲਕ ਦਾ ਸਿਰ ਹੀ ਲੱਥ ਗਿਆ ਮੇਰੇ ਕੋਲ। ਇਹ ਮੇਰੀ ਮਫਰੂਰੀ ਆ ਜੀ। ਨਹੀਂ ਨਹੀਂ, ਤੇਰਾ ਜਿੱਦਾਂ ਦਿਲ ਕਰਦਾ ਤੂੰ ਉਦਾਂ ਕੰਮ ਕਰ। ਮੈਂ ਇਹ ਨਹੀਂ ਚਾਹੁੰਦਾ ਕਿ ਹੁਣ ਤੁਹਾਡੀ ਵੀ ਲੱਥ ਜਾਏ। ਨਹੀਂ ਨਹੀਂ, ਤੁਸੀਂ ਮੈਂ ਕਹਿੰਦਾ ਮੁਹੱਬਤ ਨਾਲ ਕੰਮ ਕਰੋ, ਰਲ ਮਿਲ ਕੇ ਕੰਮ ਹੋਣਾ ਚਾਹੀਦਾ ਇਨਸਾਨ ਦਾ। ਹਾਂਜੀ ਬਿਲਕੁਲ ਜੀ। ਆ ਦੇਖੋ ਨਾ ਹੁਣ ਤੁਸੀਂ ਆਏ ਸਹੀ ਲਾਈਨ ਤੇ। ਮੈਂ ਤਾਂ ਇਹੀ ਕਹਿੰਦਾ ਨਾ ਜੀ ਕਿ ਰਲ ਮਿਲ ਕੇ ਕੰਮ ਹੋਣਾ ਚਾਹੀਦਾ। ਮੈਨੂੰ ਤੇਰੀਆਂ ਸਾਰੀਆਂ ਮਫਰੂਰੀਆਂ ਵੀਰੇ ਦੇਖ ਲਈਆਂ, ਮੈਂ ਸੁਣ ਲਈਆਂ। ਬਿਲਕੁਲ ਜੀ। ਹਰ ਚੀਜ਼ ਮੈਂ ਤੇਰਾ ਦੁੱਖ ਸਮਝ ਗਿਆ ਵਾਂ। ਹਾਂਜੀ। ਤੇਰੇ ਦੁੱਖ ਦੇ ਨਾਲ ਮੈਂ ਦੁੱਖ ਮੇਰਾ ਸ਼ਰੀਕ ਆ। ਹਾਂਜੀ। ਮੈਨੂੰ ਫੇਰ ਵੀ ਆ ਓਕੇ ਚਾਹੀਦਾ। ਉਹ ਚੌਰੀ ਜੀ ਨੂੰ ਮੈਂ ਉੱਥੇ ਮੈਂ ਦੱਸ ਦਿੱਤਾ ਮੈਨੂੰ ਇਹ ਸਹੀ ਚਾਹੀਦਾ ਹੈ ਬਸ। ਇਹ ਮਾਲਕ ਨੇ ਮੈਨੂੰ ਪਿਛਲੇ ਨੇ ਇਦਾਂ ਹੀ ਕਿਹਾ ਸਹੀ ਚਾਹੀਦਾ ਹੈ। ਨਾ ਮਾਲਕ ਰਿਹਾ ਨਾ ਬੂਟਾ ਰਿਹਾ। ਮੈਂ ਦੱਸ ਦਵਾਂ, ਕੈਂਚੀ ਮੈਂ ਨਹੁੰ ਕੱਟਣ ਨੂੰ ਨਹੀਂ ਫੜੀ। ਅੱਛਾ। ਹਾਂ। ਲੇਕਿਨ ਤੂੰ ਆਪਣਾ ਭਾਈ ਲੱਗਦਾ, ਨਾਰਾਜ਼ ਨਹੀਂ ਹੋਣਾ। ਤੈਨੂੰ ਜਿੱਦਾਂ ਤੂੰ ਕਹੇਗਾ ਆਪਾਂ ਉਦਾਂ ਕਰ ਲਾਂਗੇ, ਹਰ ਚੀਜ਼ ਉਸ ਤਰ੍ਹਾਂ ਹੀ ਕਰ ਲਾਂਗੇ। ਲੇਕਿਨ ਆ ਪੌਦੇ ਦਾ ਕੁਛ ਕਰ। ਇੱਥੇ ਮੈਂ ਬਿੱਲੀਆਂ ਰੱਖਣਾ ਚਾਹੁੰਦਾ, ਕੋਈ ਬਿੱਲੀਆਂ ਇਹਨਾਂ ਦਾ ਵੀ ਖਿਆਲ ਤੂੰ ਹੀ ਰੱਖਣਾ। ਚੌਰ ਜੀ ਜਿੱਦਾਂ ਦੇ ਪਿੰਜਰਾ ਬਣਿਆ ਕੋਈ ਪੇਟੀ ਪੁੱਟੀ ਰੱਖੋ ਇੱਥੇ। ਨਹੀਂ ਕੀ ਰੱਖਾਂ ਉਹਨੂੰ ਹੋਰ? ਇੱਥੇ ਬਿੱਲੀ ਨਹੀਂ ਚਾਹੀਦੀ ਜੀ ਸਾਨੂੰ। ਚੂਚੇ ਰੱਖਣੇ ਆਪਾਂ ਗਾਹਾਂ, ਬਿੱਲੀ ਕੋ ਲੈ ਜਾਵੇ ਚੂਚਾ, ਫੇਰ ਤੁਸੀਂ ਮੈਨੂੰ ਕਹਿਣਾ ਮੈਨੂੰ ਚੂਚਾ ਚਾਹੀਦਾ। ਇਹ ਚੂਚਾ ਵੀ ਤੂੰ ਹੀ ਕਰੇਗਾ? ਚਲੋ ਠੀਕ ਆ, ਲੇਕਿਨ ਗੱਲ ਆ ਹੈਗੀ ਕਿ ਮੈਨੂੰ ਆਸ਼ਾ ਹੋ ਕੇ ਚਾਹੀਦੀ। ਮੇਰੀ ਗੱਲ ਕੋਰ ਨਾ ਸੁਣ ਲੈ ਜੀ ਚੌਰ ਸਾਹਿਬ। ਜੋ ਮਰਜ਼ੀ ਆ, ਠੀਕ ਹੈ ਜੀ। ਮੈਨੂੰ ਹਰ ਪਾਸੇ ਫਲ ਹੀ ਫਲ ਚਾਹੀਦੇ ਆ। ਠੀਕ ਹੈ ਜੀ। ਇਹ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਚਾਹੀਦੀ। ਅਗਰ ਇਹ ਫਲ ਨਾ ਹੋਏ ਠੀਕ ਹੈ ਜੀ, ਤੇ ਫਿਰ ਨੌਕਰੀ ਆਪਣੀ ਕਿਤੇ ਹੋਰ ਲੱਭ ਲੈ। ਠੀਕ ਹੈ ਚੌਰੀ ਸਾਹਿਬ। ਫਲ ਲੱਗ ਜਾਣਗੇ, ਟੈਨਸ਼ਨ ਨਾ ਲਵੋ। ਕੱਲ ਹੀ ਚਾਹੀਦੇ ਮੈਨੂੰ, ਕੱਲ ਹੀ ਚਾਹੀਦੇ ਨੇ। ਮੰਗਾ ਲੈਂਦੇ ਸ਼ਾਮ ਨੂੰ ਜੀ ਕਿਲੋ ਧਾਲੀ। ਮੈਨੂੰ ਇੱਥੇ ਪੌਦੇ ਇੱਥੇ ਲੱਗੇ ਚਾਹੀਦੇ। ਠੀਕ ਹੈ ਚੌਰ ਸਾਹਿਬ, ਲੱਗ ਜਾਂਦੇ। ਤੁਸੀਂ ਅੰਦਰ ਜਾ ਕੇ ਖਾਣਾ ਖਾਓ ਜੀ। ਇਹ ਚੱਲਾ ਮੇਰਾ ਜੀ ਡੋਲਾ, ਕੋਈ ਬਾਜ ਰੇ ਗੱਜ ਮਾਇਆ। ਓਏ ਉਂਝ ਭਾਵੇਂ ਲੜਿਆ ਰੋ, ਸਾਡਾ ਪਿੰਡ ਨਾ ਛੱਡ ਮਾਇਆ।
गवर्नर साहब कहते हैं कि क्योंकि असम्बली मैंने नहीं तोड़ी, खुद से टूट गई, तो मैंने किसी सूरत भी इलेक्शन की डेट नहीं देनी। तो अगर खुद से टूट गई थी तो आपने काबीना कैसे बना दी? आपने काबीना का हल्फ कैसे ले लिया? आपको तो फिर साइड पे रहना चाहिए था उसमें से भी। तो दो काम आपके ज़िम्मे थे, मीठा मीठा आपने हफ हफ कर लिया, जो आपको कड़वा लगता है वो आपने थू कर दिया। अभी जैसे चौधरी साहब ने कहा कि अदालतें फैसले देती हैं लेकिन उनका मजाक उड़ाया जाता है। बलूचिस्तान हाई कोर्ट में मेरे ऊपर एक FIR की गई जिसकी क्वैशमेंट के लिए 20 दिसंबर को हम उस अदालत में गए। ऑनरेबल जस्टिस ने ऑर्डर किया कि इनके ऊपर अगर कोई भी और FIR है तो वो लेके आइए। 22 तारीख को पुलिस जाती है और ऑनरेबल जस्टिस को कोर्ट के अंदर वर्बली बताती है कि जी यही एक FIR है और कोई FIR नहीं है। केस को सुना जाता है, मेरिट के ऊपर क्वैश कर दिया जाता है। 22 दिसंबर को 6 पेजेस की जजमेंट लिखी जाती है। उसके 1 महीने के बाद एक दोबारा पुरानी FIR छुपी हुई निकाल ली जाती है। आप सोचिए पुलिस के उस पूरे सिस्टम को, प्रोसिक्यूशन के उस सिस्टम को, जब वो 22 तारीख को अदालत के सामने झूठ बोल रहे थे, जजेस के ऑर्डर्स को नहीं मान रहे थे, कोई डर और खौफ नहीं था। उसके बाद जब उसी FIR को मिल नहीं रही थी, यहाँ की एक ऑनरेबल कोर्ट ने वो FIR ढूंढ के दी, वो मिल नहीं रही थी। जहाँ पर पहले एक अदालत की तहकीर करने की कोशिश की गई बलूचिस्तान की हाई कोर्ट की, फिर यहाँ की अदालत को 6ठी 7वीं पेशी पे जाके वो FIR मिली, और जब FIR मिली तो हमें पता चला ये तो वही है जिसमें वहाँ झूठ बोला गया था। तो जब आप अदालतों के अहकामात की इस तरीके से तौहीन करेंगे और आप कोशिश करेंगे कि अदालतें जो हैं वो भले अहकामात देती रहें, हमने तो नहीं करना। अब देखिए किस तरीके से टेलीविज़न स्क्रीन पर कहा जाता है, किस तरीके इलेक्शन तो उन्हें नज़र नहीं आ रहे। आप आज मुशर्रफ मरहूम जो वफात पा गए हैं, जिनके भी उनसे गिले थे, वो ख़त्म हो जाने चाहिए, वो अल्लाह के पास चले गए हैं। हमारे मज़हब में, हमारे कल्चर में जब कोई चला जाता है तो मामलात अल्लाह पे छोड़ दिए जाते हैं। आज ऐसे ऐसे बदतमीज़ लोग मौजूद हैं जो उनकी फातिहा पढ़ने को तैयार नहीं हैं, लेकिन वही लोग जो हैं वो आज आइन शिकनी की इसलिए फातिहा नहीं पढ़ रहे कि उन्होंने आइन तोड़ा था मुशर्रफ साहब ने, इस प्रिटेक्स्ट के ऊपर। हालांकि मैंने कहा कि कल्चरली, रिलीजियसली जब कोई चला जाता है तो मामला अल्लाह के सुपुर्द कर दिया जाता है, लेकिन उसी प्रिटेक्स्ट पे जो उनके साथ कर रहे हैं, आज नई आइन शिकनी का दिफा भी कर रहे हैं, बल्कि उसमें मुशावरत प्रोवाइड कर रहे हैं, उसकी अफादियत बता रहे हैं। हमें पता नहीं ऐसी मुनाफकत कहाँ से आती है लोगों में। एक आइन शिकनी बहुत बुरी है, दूसरी आइन शिकनी बहुत। आप इंसानों से नफरत या मोहब्बत की वजह से उनके साथ खड़े नहीं होते, आप नज़रियात पे खड़े होते हैं। अगर आपको इमरान खान या उनकी जमात या उससे कोई इख्तलाफ है तो आप देखिए इमरान खान आज किस नज़रिए पे खड़ा है। वो लिबरल जो हमेशा साम्राज्य के खिलाफ खड़े होने चाहे हैं, ऑपरेशन के खिलाफ खड़े होने चाहें, आज वो देखें ऑपरेशन किस पे हो रहा है। आपको मैं पसंद नहीं हूँ, चौधरी साहब पसंद नहीं, खैर है, आप देखें अगर हमारे ऊपर ऑपरेशन हो रहा है तो आप ऑपरेशन के खिलाफ खड़े हो। तो यहाँ नज़रिए की जंग नहीं है, मुनाफकत की जंग है बुनियादी तौर पर। तो जब तक ये तबकाती और मुनाफकत की जंग में आप सब मिडिल क्लास इसमें इकट्ठी नहीं होगी, वॉइस नहीं करेगी, अदालतों की तहकीर भी चलती रहेगी।